ਕੁਝ ਆਪਣੇ ਪੁਰਾਣੇ ਕਾਰਕੁਨਾਂ ਨੂੰ ਮਿਲਣ ਲਈ ਵੀ ਗਏ ਨੇ ਔਰ ਅੱਜ ਵੀ ਸਾਡੇ तमाम ਅਹੁਦੇਦਾਰਾਂ ਜ਼ਿੰਮੇਦਾਰਾਂ ਕਾਰਕੁਨਾਨ ਉਹ ਹੈ ਨੇ ਔਰ ਨਾਸ਼ਤੇ ਦਾ ਇਤਮਾਮ ਹੈ ਉੱਥੇ ਵੀ ਉਹਨਾਂ ਟਾਈਮ ਦਿੱਤਾ ਔਰ ਜੋ ਸਾਡੇ ਇਸ ਟਾਈਮ ਮੁਲਕੀ ਹਾਲਾਤ ਨੇ ਜਿਸ ਤਰ੍ਹਾਂ ਸਿਲਸਿਲਾ ਇੱਕ ਲੁੱਟ ਮਾਰ ਦਾ ਸ਼ੁਰੂ ਹੋਇਆ ਪਿਛਲੇ ਕੋਈ 4 ਸਾਲ ਤੋਂ ਔਰ ਉਹਦੇ ਵਿੱਚ ਕਦੀ ਤੋਸ਼ਾਖਾਨਾ ਦਾ ਸਕੈਂਡਲ ਆਉਂਦਾ ਹੈ ਕਦੀ ਮਾਲਮ ਜੱਬੇ ਦਾ ਕਦੀ BRT ਦਾ ਕਦੀ ਅਲਕਾਦਰ ਯੂਨੀਵਰਸਿਟੀ ਦਾ ਔਰ ਇਹ ਸਿਲਸਿਲਾ ਜਾਰੀ ਰਿਹਾ ਔਰ ਨਾਲ ਨਾਲ ਸ਼ੋਰ ਵੀ ਪਾਈ ਰੱਖਿਆ ਕਿ ਅਸੀਂ ਚੋਰੀ ਨਹੀਂ ਕਰਦੇ ਅਸੀਂ ਚੋਰ ਫੜਨ ਆਏ ਆ ਸਾਡਾ ਵਾਹਿਦ ਏਜੰਡਾ ਇਸ ਮੁਲਕ ਕੇ ਚੋਰ ਪਕੜਨਾ ਔਰ ਪਤਾ ਚੱਲਿਆ ਵੀ ਖੁਦ ਜਿਹੜਾ ਹੈ ਉਹ ਚੋਰੀ ਦੇ ਰਿਕਾਰਡ ਕਾਇਮ ਕਰ ਦਿੱਤੇ ਉਹ ਚਾਹੇ ਚੀਨੀ ਸਕੈਂਡਲ ਹੋਵੇ ਚਾਹੇ ਖਾਦ ਸਕੈਂਡਲ ਹੋਵੇ ਚਾਹੇ ਰੋਡਾ ਸਕੈਂਡਲ ਹੋਵੇ ਚਾਹੇ ਅਲਕਾਦਰ ਯੂਨੀਵਰਸਿਟੀ ਸਕੈਂਡਲ ਹੋਵੇ ਇਹ ਇਤਨੇ ਵੱਡੇ ਸਕੈਂਡਲ ਨੇ ਕਿ ਇਹ ਪਾਕਿਸਤਾਨ ਦੀ ਤਾਰੀਖ ਦੀ ਸਭ ਤੋਂ ਵੱਡੀ ਕਰਪਸ਼ਨ ਜਿਹੜੀ ਹੈ ਉਹ ਇਸ ਦੌਰ ਦੇ ਅੰਦਰ ਹੋਈ ਹੈ ਔਰ ਮੈਂ ਸਮਝਣਾ ਕਿ ਉਹਦੇ ਵਿੱਚ ਜਿਹੜਾ ਰਾਵੀ ਅਰਬਨ ਡਿਵੈਲਪਮੈਂਟ ਅਥਾਰਟੀ ਵਾਲਾ ਸਕੈਂਡਲ ਆ ਰਿਹਾ ਹੈ ਇਹਦੇ ਸੁਪਰੀਮ ਕੋਰਟ ਨੇ ਵੀ ਇਸ ਦੀ ਮੁਖਾਲਫਤ ਕੀਤੀ ਔਰ ਸੁਪਰੀਮ ਕੋਰਟ ਨੇ ਵੀ ਉਹਦੇ ਉੱਤੇ ਹੁਕਮ ਸਾਦਰ ਫਰਮਾਇਆ ਲੇਕਿਨ ਇੰਤਹਾਈ ਹੱਡ ਧਰਮੀ ਹੈ ਕਿ ਅੱਜ ਵੀ ਉਸ ਰੂਡਾ ਦੇ ਤਹਿਤ ਕਾਸ਼ਤਕਾਰਾਂ ਨੂੰ ਬੇਦਖਲ ਕੀਤਾ ਗਿਆ ਉਹਨਾਂ ਦੀਆਂ ਖੜੀਆਂ ਹੋਈਆਂ ਫਸਲਾਂ ਜਿਹੜੀਆਂ ਨੇ ਖਾਸ ਕਰਕੇ ਗੰਦਮ ਦੀ ਫਸਲ ਜਿਹੜੀ ਸਾਡੀ ਜ਼ਰੂਰਤ ਹੈ ਉਹ ਫਸਲਾਂ ਵੀ ਉਜਾੜ ਦਿੱਤੀਆਂ ਗਈਆਂ ਔਰ ਆਪਣੇ ਪ੍ਰਾਈਵੇਟ ਡਿਵੈਲਪਰਸ ਨੂੰ ਉਹ ਸਾਰੀਆਂ ਚੀਜ਼ਾਂ ਦਿੱਤੀਆਂ ਗਈਆਂ ਉਹ ਜ਼ਮੀਨਾਂ ਦਿੱਤੀਆਂ ਗਈਆਂ ਉੱਥੇ ਡਿਵੈਲਪਮੈਂਟ ਹੋ ਰਹੀ ਹੈ ਔਰ ਇੱਕ ਨਵਾਂ ਸ਼ਹਿਰ ਆਬਾਦ ਕਰਨ ਦੇ ਚੱਕਰ ਵਿੱਚ ਹਜ਼ਾਰਾਂ ਏਕੜ ਜਿਹੜੀ ਅਰਾਜ਼ੀ ਹੈ ਉਹਦੇ ਉੱਤੇ ਆਪਣੇ ਮਾਲੀ ਸਹੂਲਤਕਾਰਾਂ ਨੂੰ ਫਾਇਦਾ ਪਹੁੰਚਾਉਣ ਕਾਰਨ ਉਹ ਸਾਰਾ ਕੀਤਾ ਔਰ ਬੜੀ ਹੀ ਤਸ਼ਵੀਸ਼ ਦੀ ਸੂਰਤ ਹਾਲ ਹੈ ਕਿ ਪੂਰਾ ਪੰਜਾਬ ਜਿਹੜਾ ਹੈ ਉਹ ਇਸ ਟਾਈਮ ਬੇਸਰੋ ਸਮਾਨੀ ਦੇ ਆਲਮ ਵਿੱਚ ਹੈ ਉੱਥੇ ਕਿਸੇ ਨੂੰ ਕੋਈ ਜਿਹੜਾ ਹੈ ਕਿ ਹਕੂਮਤੀ ਖਜ਼ਾਨੇ ਦੇ ਵਿੱਚ ਕਿਸੇ ਦਾ ਕੋਈ ਰਾਈ ਭਰ ਵੀ ਹਿੱਸਾ ਨਹੀਂ ਹੈ ਕਿ ਕਿਸੇ ਦੀ ਡਿਵੈਲਪਮੈਂਟ ਹੋਣੀ ਹੈ ਕਿਸੇ ਨੂੰ ਉੱਥੋਂ ਕੋਈ ਅਸੀਂ ਉਸ ਦੀ ਬੁਨਿਆਦੀ ਜ਼ਰੂਰਤਾਂ ਪੂਰੀਆਂ ਕਰਨੀਆਂ ਨੇ ਬਲਕਿ 4 ਇਜ਼ਲਾ ਦੇ ਅੰਦਰ ਜਿੱਥੇ ਜਿੱਥੇ ਉਹ ਖੁਦ ਮੈਂਬਰ ਨੇ ਜਾਂ ਉਹਨਾਂ ਦੀਆਂ ਔਲਾਦਾਂ ਮੈਂਬਰ ਨੇ ਵਜ਼ੀਰ ਆਲਾ ਸਾਹਿਬ ਸਿਰਫ ਉਹਨਾਂ ਨੂੰ ਟਾਰਗੇਟ ਕੀਤਾ ਹੋਇਆ ਹੈ ਔਰ ਉਹ ਇੱਕ ਇੱਕ ਜ਼ਿਲ੍ਹੇ ਦੇ ਜਿਹੜੇ ਪੈਸੇ ਨੇ ਉਹ ਸਿਰਫ ਇੱਕ ਇੱਕ ਕਨਸਟੀਚੁਐਂਸੀ ਵਿੱਚ ਲਾਈ ਜਾ ਰਹੇ ਨੇ ਉਹ ਚਾਹੇ ਮੰਡੀ ਬਹਾਉਦੀਨ ਹੋਏ ਚਾਹੇ ਗੁਜਰਾਤ ਹੋਏ ਚਾਹੇ ਮੂਨਸ ਇਲਾਈ ਸਾਹਿਬ ਦਾ ਹਲਕਾ ਹੋਏ ਬਾਕੀ ਸਾਰਾ ਪੰਜਾਬ ਇਸ ਟਾਈਮ ਸਿਹਤ ਦੀਆਂ ਸਹੂਲਤਾਂ ਤੋਂ ਵੀ ਮਹਿਰੂਮ ਹੈ ਤਾਲੀਮ ਦੀ ਸਹੂਲਤ ਤੋਂ ਵੀ ਮਹਿਰੂਮ ਹੈ ਔਰ ਬਾਕੀ ਰੋਡ ਸਟਰਕਚਰ ਪੂਰੇ ਪੰਜਾਬ ਦਾ ਤਬਾਹ ਹੋਇਆ ਹੋਇਆ ਹੈ ਕੋਈ ਉਸ ਦਾ ਪੁਰਸਾਨੇ ਹਾਲ ਨਹੀਂ ਤੇ ਇਹਨਾਂ ਸਾਰੀਆਂ ਇਹ ਗੁਜ਼ਾਰਿਸ਼ਾਤ ਨੇ ਜਿਹੜੀਆਂ ਕਿ ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਵਿਸਾਤਤ ਨਾਲ ਪੂਰੇ ਪੰਜਾਬ ਦੇ ਅੰਦਰ ਅਸੀਂ ਇਹਨਾਂ ਨੂੰ ਲੋਕਾਂ ਨਾਲ ਸ਼ੇਅਰ ਕਰ ਸਕੀਏ ਔਰ ਲੋਕਾਂ ਨੂੰ ਇਹ ਦੱਸ ਸਕੀਏ ਕਿ ਇਤਨੇ ਡਿਕਟੇਟਰ ਮਾਈਂਡ ਹੈ ਨੇ इतनी इन्हां दी आमराना सोच है और जहनीयत है कि खान साहब आखदे ने कि मैं असैंबली डिसॉल्व करांगा जेड़ा कि स्टेक होल्डर ही नहीं है जेड़ा खुद पार्लीमान नू बेतौकीर और बेहैसियत करदा है और पार्लीमान तो बार बार इस्तीफे दे के पार्लीमान तो बाहर आंदा है पार्लीमान ही एक वो फोरम है जिंदी सुपरमेसी लई असीं जानां दीयां कुर्बानियां दित्तियां और ये फकत उस पार्लीमान ਨੂੰ ਬੇਤੌਕੀਰ ਕਰਨ ਲਈ ਆਇਆ ਹੈ ਔਰ ਇੱਥੇ ਪਾਰਲੀਮਾਨੀ ਜਮਹੂਰੀ ਨਿਜ਼ਾਮ ਨੂੰ ਖਤਮ ਕਰਕੇ ਇੱਕ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਚਾਹੁੰਦਾ ਹੈ ਜਿੰਦੀ ਪੂਰੀ ਕੌਮ ਮੁਖਾਲਫਤ ਕਰਦੀ ਹੈ ਔਰ ਜਿਤਨੇ ਵੀ ਤਰੱਕੀ ਯਾਫਤਾ ਮਮਾਲਿਕ ਨੇ ਉਹਨਾਂ ਦੇ ਵਿੱਚ ਪਾਰਲੀਮਾਨੀ ਜਮਹੂਰੀਅਤ ਜਿਹੜੀ ਹੈ ਉਹ ਹੀ ਸਭ ਤੋਂ ਬਿਹਤਰ ਗਿਣੀ ਜਾਂਦੀ ਹੈ ਇਹ ਮੈਂ ਸ਼ੁਕਰੀਆ ਅਦਾ ਕਰਾਂਗਾ ਤੁਹਾਡਾ ਔਰ ਮੈਂ ਰਾਜਾ ਸਾਹਿਬ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਚੰਦ ਕਲਮਾਤ ਔਰ ਅਲਫਾਜ਼ ਜਨਾਬ ਨਾਲ ਸ਼ੇਅਰ ਕਰਨ बिस्मिल्लाहिर्रहमानिर्रहीम मैं भी सबसे पहले तो आपका शुक्रगुजार हूँ कि आप यहाँ मौजूद हैं और आप जिस तरह के जनरल सेक्रेटरी साहब ने कहा कि आपको आज
जल्दी उठ के आना पड़ा और मैं हमेशा की तरह आपका शुक्रिया अदा करता हूँ कि जब भी आपसे मुलाकात हुई आपको बड़ा हशाश बशाश मैंने पाया। और जनरल सेक्रेटरी साहब ने तो सियासी मामलात पर बात की है। मैं आपसे ये अर्ज़ करना चाहूँगा कि पाकिस्तान को जितने चैलेंजेस दरपेश, जो मुश्किलात हैं, उन पर काबू पाने के लिए हमारे पास जो फोरम है वो पार्लियामान। पार्लियामान को इज्जत और तौकीर देना ही मैं समझता हूँ कि 22 करोड़ लोगों को इज्जत और तौकीर देना है। और तमाम मसाइल का हल अगर हम तलाश कर सकते हैं तो वो पार्लियामान के अंदर है, पार्लियामान के बाहर नहीं है। और पार्लियामान का वजूद में आती इसलिए है कि आप किसी भी मकतबा फ़िक्र के हों, आप कितने ही आपस में जो है वो सियासी मुखालफत हो, लेकिन जब आप पार्लियामान में आएंगे तो उस फोरम पे आकर पाकिस्तान की बात करेंगे, अपना अपना नुक्ता नज़र आप देंगे। लेकिन आज तो उससे एक कदम आगे बढ़कर हमारी ज़रूरत है, वो ये है कि हम सब मिलकर बैठें। मैं तमाम सियासी जमातों से ये अपील करूँगा कि मौजूदा हालात को, अपनी इकॉनमी को सहारा देने के लिए, मुल्क में एक अच्छा और खुशगवार फ़िज़ा कायम करने के लिए एक ऐसा निज़ाम वज़ा करना होगा जिसमें आप सब कंट्रीब्यूट करें। और उसके लिए ज़रूरी है कि आप पार्लियामान में आएँ, पार्लियामान के अंदर आकर आप कंट्रीब्यूट करें। आपको कानून साजी करनी है, आपको इलेक्शन के मामला तय करने हैं, आपने मईशत को बेहतर करना है, आपने अमन व अमान की सूरत हाल पर निगाह रखनी है, नज़र रखनी है। तो फोरम जो है वो आपके पास वो पार्लियामान है। जब हम पार्लियामान को नज़रअंदाज करके आगे बढ़ने की कोशिश करते हैं तो आगे नहीं बढ़ सकते। उसमें फिर एक क्यास है, उसमें गैर यकीनी की कैफियत है, उसमें एक ऐसा जो है वो कैफियत और पूरी फ़िज़ा एक नकदर हो जाती है, ऐसी फ़िज़ा कायम हो जाती है जिसमें ना तो मईशत आगे बढ़ सकती है, ना सियासत में जो है वो बलोगत आ सकती है। तो जिस मुल्क की जितनी पार्लियामान मजबूत होगी उस मुल्क में हुकूमत में इतना इस्तेकाम होगा, अवाम में खुशहाली होगी, अवाम के मसाइल हल होंगे। तो मैं बतौर स्पीकर तो ये गुजारिश करूँगा तमाम सियासी जमातों को, तमाम जो मकतबा फ़िक्र के लोग हैं उनको, कि पाकिस्तान की सियासत में अब ठहराव आना चाहिए। पाकिस्तान की सियासत में मैं समझता हूँ कि ज़रूरत इस बात की है कि हम ऐसा जो है वो एनवायरनमेंट बनाएं, ऐसा माहौल बनाएं जिसमें एक दूसरे की इज्जत करते हुए सिर्फ पाकिस्तान की खातर हम सोचें और अपने छोटे छोटे मामलात को पसे पुश डालकर एक बड़े मकसद के लिए इकट्ठे होना जो है वो वक्त की ज़रूरत है। बहुत शुक्रिया। राजा साहब, ये एक इल्जाम लगाया जाता रहा है कि कौमी असम्बली के अंदर जिन हलकों के अंदर पीटीआई कमजोर थी वहाँ पे इस्तीफे मंजूर कर लिए गए, बाकी अभी तक पेंडिंग पड़े हुए, वो मंजूर क्यों नहीं हुए? देखिए, मैं आपको बताऊं कि इस्तीफ़ा मंजूर करने का एक तरीका है और उसमें उसके कुछ कवायद और ज़वाबत हैं। आपको शायद इल्म में ये बात नहीं है कि जिन दोस्तों ने इस्तीफ़े दिए और जिन्होंने मुख्तलिफ औकात पर टेलीविज़न के ज़रिए, मीडिया के ज़रिए, अखबारात के ज़रिए, सोशल बुक के ऊपर उन्होंने ये लगाया कि हमने इस्तीफ़े दे दिए हैं और अपनी मर्ज़ी से दिए हैं, उनके इस्तीफ़े तो मैंने कबूल कर लिए। लेकिन कानून मुझे ये कहता है कि अगर कोई मेंबर मेरे सामने भी आकर वो कहता है कि मैं इस्तीफ़ा देना चाहता हूँ, लेकिन मेरे पास इतला ये है कि इस पर दबाव है और इसको मजबूर किया जा रहा है कि मेरे सामने आकर ये बयान दे, तो मैं उसका इस्तीफ़ा कबूल नहीं करूँगा। लेकिन यहाँ तो मामलात कुछ और हैं। अभी तक लॉजेस में वो बैठे हुए, अभी तक वो लॉजेस हवाले नहीं कर रहे, वहाँ पर वो रह रहे हैं और उसके अलावा बाकी जो सेक्रेटेरिएट की मराहत हैं वो भी वो ले रहे हैं और फिर वो पैगाम भी भेजते हैं कि आप मेहरबानी करके स्पीकर साहब हमारा इस्तीफ़ा कबूल ना करें। तो ऐसे हालात में मुझे बहुत सोचना पड़ता है और जब तक मेरी तसल्ली ना हो जाए मैं किसी मेंबर को भी डी सीट नहीं करना, बल्कि मैं तो उनसे अब ये तवक्को करना चाह रहा हूँ कि वो आएँ, पार्लियामान में बैठें और अपना, उनके पास अपने अपने हलकों का मैंडेट है,
وہ اپنا وہاں پر جو نمائندگی کا حق ہے وہ ادا کریں, وہ کنٹریبیوٹ کریں. اگر وہ چاہتے ہیں کہ الیکشن صاف شفاف ہو تو اسی صورت میں ہوگا کہ ہم بہتر قانون سازی کریں گے, ہم اس کے لیے بہتر اقدامات اٹھائیں گے, ہم مل جل کر اپنی جس پہ تمام لوگ متفق ہوں ایسا ایک لایا عمل بنائیں گے. لیکن اگر میں بھی اسمبلی میں نہیں آؤں گا تو پھر میں کس فورم پہ ہم اکٹھے ہوں گے. تو اسی لیے یہ جو ڈیوائیڈ ہوتی ہے اپوزیشن اور گورنمنٹ کی, یہ ایک میں سمجھتا ہوں کہ ایک بہترین حل ہے تمام معاملات کا. جس طرح حکومت ضروری ہے اس طرح اپوزیشن بھی ضروری ہے. جناب Any question? میں ایک اور بتا دیں جو سیاسی کچھ چل رہی سیاسی جماعتوں کے درمیان پی ڈی ایم جو ہے وہ ابھی الیکشن نہیں کرانا چاہتی, وہ اپنے موقف سے نہیں ہٹتی ہے, کہاں جا کے معاملہ رکے گا؟ دیکھیں جی, یہ ایک بڑی پرانی بحث ہے اس ملک میں. اگر آپ کو یاد ہوگا کہ 88 کی دہائی 88 کے بعد بہت ساری 2-3 اسمبلیز ایسی تھیں جنہوں نے اپنی مدت پوری نہیں کی. کوئی 20 مہینے رہے, کوئی 2.5 سال رہے, کوئی 3.25 سال رہے. تو جو آئینی حق تھا 5 سال پورے کرنے کا, اس وقت جو پولیٹیکل سائنٹسٹ تھے وہ یہ سمجھتے تھے کہ اسمبلی پری میچور جب آپ ڈیزالو کر دیتے ہیں تو پھر وہ جمہوریت کا پودا جڑ نہیں پکڑتا. تو ضروری ہے کہ اسمبلیاں اپنی مدت پوری کریں. پھر آپ نے دیکھا کہ 2002 کی اسمبلی نے 5 سال پورے کیے تو لوگوں نے کہا کہ اس کے اوپر تو چھتری مارشل لا کی تھی یا فوجی حکمران تھا. تو پھر آپ جب ہم آئے پاکستان پیپلز پارٹی 2008 میں تو ہماری اسمبلی نے بھی مدت پوری کی. پھر جب مسلم لیگ کی حکومت بنی PMLN کی تو انہوں نے بھی 5 سال پورے کیے. لہٰذا یہ 15 سال کا تواتر ہے. اب یہ چوتھا جو ہے نا جی, یہ 5واں وہ نظام جا رہا ہے. تو اگر میں سمجھتا ہوں کہ 1-2 اسمبلیز اور کبھی بھی وہ اپنی مدت اگر مکمل کرتی ہیں تو اس سے ایک بڑی میچورٹی آئے گی, مضبوط ہوگا آپ کا نظام. اور ابھی تو ٹائم ہی کیا رہ گیا ہے, اب تو ویسے ہی الیکشن کا سال ہے, 5واں سال شروع ہو چکا ہے. بیک ڈور جیسے زرداری صاحب مشہور ہیں پیپلز پارٹی سے, ہمیشہ یہ توقع کی جاتی ہے کہ وہ بیک ڈور ڈپلومیسی کے ذریعے اس نظام کو چلنے کے لیے ایک آکسیجن فراہم کرتی ہے. تو پرویز علیہ صاحب سے کوئی بیک ڈور رابطے ہوئے ہیں آپ لوگوں کے؟ سننے میں آ رہا ہے کہ معاملات اب جو ہے نا وہ شاید آپ کے کنٹرول میں آ گئے. یہ سارے بڑے منجے ہوئے سیاستدان ہیں ہمارے ملک کے اور بڑے لیڈر ہیں. جناب آصف علی زرداری صاحب تو بلا شبہ ان کو کہا جاتا ہے کہ وہ تو سیاست کی جو ہے وہ رموز کو سمجھنے والے ہیں اور وہ معاملات کو سلجھانے والے ہیں, معاملات کو آگے لے کے چلنے والے ہیں. اسی طرح پرویز علیہ صاحب ہیں, عمران خان صاحب ہیں, جناب میاں محمد نواز شریف صاحب ہیں, شہباز شریف صاحب ہیں, مولانا فضل الرحمان صاحب ہیں, ANP کی قیادت ہے, دوسری جماعتیں. تو اب یہ میں سمجھتا ہوں یہ تمام جو لیڈران ہیں, تمام سیاسی جماعتیں جو ہیں, ان کو ایک اتفاق رائے سے ان معاملات کو جو ہے وہ سنبھالنا چاہیے, کیونکہ یہ وقت کی ضرورت ہے. یہ کوئی کسی کی شخصی جیت اور ہار نہیں ہے. ہم نے اس ملک کے لیے کام کرنا ہے اور اس لے کے آگے بڑھنا ہے. بہت شکریہ. ایسا مزہ نہیں گل کی تھی دسی نہیں بیک ڈور کی دیکھیں میں سمجھتا ہوں کہ ہر چینل جو ہے نا, جیسے آپ کے چینل جیسے ایک بیک ڈور چینل بھی ہے اور وہ ہمیشہ رہتا ہے. مطلب آپ سمجھ رہے ہیں یہ اسمبلی مدت پوری کرے گی, ریزالو نہیں ہوگی؟ دیکھیں میں تو ایز اے اسپیکر کوئی بات نہیں کری, یہ تو حکومتوں اور سیاسی جماعتوں کی بات ہے نا جی. اور لیکن میری خواہش ہوگی بطور اسپیکر کہ ہر اسمبلی جو ہے اپنی مدت پوری کرے. بہت شکریہ. اسپیکر قومی اسمبلی راجہ پرویز اشرف میڈیا سے گفتگو کر رہے تھے. انہوں نے کہا کہ پاکستان کو درپیش چیلنجز پر قابو پانے کا واحد فورم پارلیمان ہے. پارلیمان کو عزت دینا ہم سب کا فرض ہے. ہم سب کو مل کر پارلیمان میں بیٹھ کر قانون سازی کرنی چاہیے. انہوں نے مزید کہا کہ بطور اسپیکر تمام سیاسی جماعتوں سے کہنا چاہتا ہوں کہ پاکستان کی